ਸਤਿ ਸ਼੍ਰੀ ਅਕਾਲ, ਮੈਂ ਹਾਂ ਨੀਰਜ ਬਾਲੀ ਨਾ ਸਰਕਾਰੀ ਨਾ ਦਰਬਾਰੀ। ਤੁਸੀਂ ਵੇਖ ਰਹੇ ਹੋ ਪੰਜਾਬ ਪਾਵਰ ਪਲੇ। ਜੋ ਲੋਕ ਕਹਿੰਦੇ ਸਨ ਕਿ ਪੰਜਾਬ ਵਿੱਚ ਬਦਲਾਅ ਹੈ, ਉਹ ਅੱਜ ਇਸ ਵੀਡੀਓ ਨੂੰ ਬਹੁਤ ਧਿਆਨ ਦੇ ਨਾਲ ਦੇਖਣ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਥਿਤ ਉਸ ਵਿਵਾਦਿਤ ਵਾਇਰਲ ਵੀਡੀਓ ਮਾਮਲੇ ਦੇ ਵਿੱਚ ਜੋ ਨਵੇਂ ਖੁਲਾਸੇ ਹੋਏ ਨੇ, ਉਹਨਾਂ ਨੇ ਸਿੱਧ ਕਰ ਦਿੱਤਾ ਹੈ ਕਿ ਸੱਤਾ ਬਚਾਉਣ ਦੇ ਲਈ ਇਹ ਸਰਕਾਰ ਕਿਸ ਹੱਦ ਤੱਕ ਡਿੱਗ ਸਕਦੀ ਹੈ। ਕਿ ਇੱਕ ਮੁੱਖ ਮੰਤਰੀ ਆਪਣੇ ਆਪ ਨੂੰ ਕਾਨੂੰਨ ਅਤੇ ਜਨਤਾ ਦੇ ਸਵਾਲਾਂ ਤੋਂ ਬਚਾਉਣ ਦੇ ਲਈ ਪੰਜਾਬ ਪੁਲਿਸ ਨੂੰ ਆਪਣੀ ਨਿੱਜੀ ਕਠਪੁਤਲੀ ਵਾਂਗ ਵਰਤ ਰਿਹਾ ਹੈ। ਕਿ ਪੰਜਾਬ ਦੀ ਜਨਤਾ ਦੀ ਸੁਰੱਖਿਆ ਕਰਨ ਵਾਲੇ ਵੱਡੇ ਆਈਪੀਐਸ ਅਫਸਰ ਹੁਣ ਇਸ ਮੁੱਖ ਮੰਤਰੀ ਦੇ ਨਿੱਜੀ ਦਾਗ ਧੋਣ ਵਾਲੇ ਲਾਂਡਰੀ ਮੈਨ ਬਣ ਚੁੱਕੇ ਨੇ। ਅੱਜ ਦਰਅਸਲ ਅਸੀਂ ਖੋਲਾਂਗੇ ਉਸ ਸਾਜ਼ਿਸ਼ ਦਾ ਕੱਚਾ ਚਿੱਠਾ ਜਿੱਥੇ ਗੁਰੂਗ੍ਰਾਮ ਦੇ 5 ਸਟਾਰ ਹੋਟਲ ਦੇ ਵਿੱਚ ਬੈਠ ਕੇ ਮੁੱਖ ਮੰਤਰੀ ਨੂੰ ਕਲੀਨ ਚਿੱਟ ਦਿਵਾਉਣ ਦੇ ਲਈ ਪੂਰਾ ਸਰਕਾਰੀ ਤੰਤਰ ਝੋਕ ਦਿੱਤਾ ਗਿਆ। ਲੱਖਾਂ ਰੁਪਏ ਦੇ ਕੈਸ਼, ਸਰਕਾਰੀ ਗੱਡੀਆਂ ਦੀ ਦੁਰਵਰਤੋਂ ਅਤੇ ਫਰਜ਼ੀ ਰਿਪੋਰਟਾਂ ਤਿਆਰ ਕਰਨ ਦੀ ਇਹ ਕਹਾਣੀ ਸੁਣ ਕੇ ਤੁਹਾਡੀ ਰੂਹ ਕੰਬ ਜਾਵੇਗੀ ਕਿ ਕਿਵੇਂ ਪੰਜਾਬ ਨੂੰ ਲੁੱਟਿਆ ਜਾ ਰਿਹਾ, ਖਾਧਾ ਜਾ ਰਿਹਾ ਅਤੇ ਗੁੰਮਰਾਹ ਕੀਤਾ ਜਾ ਰਿਹਾ ਹੈ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਨਿਰਦੋਸ਼ ਸਨ, ਜੇਕਰ ਉਸ ਵੀਡੀਓ ਵਿੱਚ ਉਹ ਖੁਦ ਨਹੀਂ ਸਨ, ਤਾਂ ਫਿਰ ਇੰਨਾ ਡਰ ਕਿਸ ਗੱਲ ਦਾ ਸੀ? ਕਿਉਂ ਪੰਜਾਬ ਪੁਲਿਸ ਦੇ ਦੋ ਸਭ ਤੋਂ ਵੱਡੇ ਅਫਸਰ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਅਤੇ ਐਸਪੀ ਜਸ਼ਨਦੀਪ ਸਿੰਘ ਗਿੱਲ ਪੰਜਾਬ ਦੇ ਕਰੋੜਾਂ ਰੁਪਏ ਦੀ ਸੁਰੱਖਿਆ ਨੂੰ ਰੱਬ ਆਸਰੇ ਛੱਡ ਕੇ ਹਰਿਆਣਾ ਦੇ ਗੁਰੂਗ੍ਰਾਮ ਦੇ ਵਿੱਚ ਡੇਰੇ ਲਾਈ ਬੈਠੇ ਸਨ? 16 ਜੂਨ 2026 ਦੀ ਹੋਟਲ ਕਰਾਊਨ ਪਲਾਜ਼ਾ ਦੀ ਸੀਸੀਟੀਵੀ ਫੁਟੇਜ ਚੀਖ ਕੇ ਕਹਿ ਰਹੀ ਹੈ ਕਿ ਉੱਥੇ ਸਵੇਰੇ 10 ਵਜੇ ਇੱਕ ਗੁਪਤ ਮੀਟਿੰਗ ਹੋਈ। ਇਹ ਮੀਟਿੰਗ ਕਿਸੇ ਗੈਂਗਸਟਰ ਨੂੰ ਫੜਨ ਦੇ ਲਈ ਨਹੀਂ ਸੀ, ਨਾ ਹੀ ਪੰਜਾਬ ਦੇ ਵਿੱਚ ਨਸ਼ਾ ਰੋਕਣ ਦੇ ਲਈ ਸੀ। ਇਹ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਦੇ ਡੁੱਬਦੇ ਹੋਏ ਸਿਆਸੀ ਕੈਰੀਅਰ ਨੂੰ ਬਚਾਉਣ ਦੇ ਲਈ ਸੀ। ਇੱਕ ਮੁੱਖ ਮੰਤਰੀ ਦੇ ਕਹਿਣ ਤੇ ਪੂਰਾ ਪੁਲਿਸ ਮਹਿਕਮਾ ਇੱਕ ਪ੍ਰਾਈਵੇਟ ਐਕਸਪਰਟ ਦੇ ਪੈਰਾਂ ਵਿੱਚ ਵਿਛ ਗਿਆ ਤਾਂ ਜੋ ਕਿਸੇ ਵੀ ਤਰ੍ਹਾਂ ਵੀਡੀਓ ਨੂੰ ਡੀਪ ਫੇਕ ਜਾਂ ਨਕਲੀ ਸਾਬਤ ਕਰ ਦਿੱਤਾ ਜਾਵੇ। ਅੱਜ ਜਦੋਂ ਇਹ ਅਫਸਰ ਫੜੇ ਗਏ ਨੇ, ਇੱਕ ਤਰ੍ਹਾਂ ਦੇ ਨਾਲ ਤਾਂ ਕਮਿਸ਼ਨਰ ਸਾਹਿਬ ਫੋਨ ਨਹੀਂ ਚੁੱਕ ਰਹੇ ਅਤੇ ਐਸਪੀ ਦੇ ਫੋਨ ਬੰਦ ਆ ਰਹੇ ਨੇ। ਜਦੋਂ ਆਕਾ ਨੂੰ ਬਚਾਉਣ ਦੇ ਲਈ ਪੁਲਿਸ ਖੁਦ ਅਪਰਾਧਿਕ ਵਾਂਗ ਲੁੱਟਣ ਲੱਗ ਪਵੇ ਤਾਂ ਸਮਝੋ ਦਾਲ ਦੇ ਵਿੱਚ ਕੁਝ ਕਾਲਾ ਨਹੀਂ, ਪੂਰੀ ਦੀ ਪੂਰੀ ਦਾਲ ਕਾਲੀ ਹੈ। ਕਿਉਂਕਿ ਇਹ ਫੈਕਟ ਆ ਰਹੇ ਆਰੋਨ ਸਬਮਿਟਡ that second report ਜਿਹੜੀ ਹਰਪਾਲ ਚੀਮਾ ਨੇ ਪੇਸ਼ ਕੀਤੀ ਹੈ, ਸਾਈਪਰ ਯਾਨ ਟ੍ਰੇਨਿੰਗ ਲੈਬਸ ਲਿਮਿਟਿਡ listed under address of 2528 Ganesh Nagar, Tilak Nagar, New Delhi and Gaurav Plaza in Sikandarpur, Gurgaon. Field verifications confirm no laboratories exist at their locations of Haryana. कोई laboratory है ही नहीं। फर्जी रिपोर्ट। ਸਰਕਾਰੀ ਤੰਤਰ ਦੀ ਬੇਸ਼ਰਮੀ ਦੀ ਹੱਦ ਦੇਖੋ। ਇਸ ਮਾਮਲੇ ਦੇ ਵਿੱਚ ਜੋ WhatsApp ਚੈਟ ਸਾਹਮਣੇ ਆਈਆਂ ਨੇ ਉਹ ਸਿੱਧਾ ਮੁੱਖ ਮੰਤਰੀ ਦਫ਼ਤਰ ਵੱਲ ਇਸ਼ਾਰਾ ਕਰਦੀ ਹੈ। ਐਸਪੀ ਜਸ਼ਨਦੀਪ ਗਿੱਲ ਦੇ ਨਾਮ ਦੀ ਇਸ ਚੈਟ ਦੇ ਵਿੱਚ ਸਾਫ਼ ਲਿਖਿਆ ਹੈ ਕਿ ਫੋਰੈਂਸਿਕ ਰਿਪੋਰਟ ਨੂੰ ਕਿਵੇਂ ਬਦਲਣਾ ਹੈ। ਸੋਚੋ, ਜੋ ਰਿਪੋਰਟ ਇੱਕ ਸੁਤੰਤਰ ਐਕਸਪਰਟ ਨੇ ਬਣਾਉਣੀ ਸੀ, ਉਸ ਨੂੰ ਪੰਜਾਬ ਪੁਲਿਸ ਦੇ ਅਫਸਰ ਖੁਦ ਐਡਿਟ ਕਰਵਾ ਰਹੇ ਸਨ। ਚੈਟ ਦੇ ਵਿੱਚ ਲਿਖਿਆ ਹੈ, ਪੇਜ 3 ਤੋਂ ਇਹ ਪੈਰਾ ਹਟਾਓ, ਟੂਲਸ ਦੇ ਨਾਮ ਹੋਰ ਪਾਓ, ਕਨਕਲੂਜਨ ਯਾਨੀ ਕਿ ਨਤੀਜੇ ਨੂੰ ਹੋਰ ਮਜ਼ਬੂਤ ਕਰੋ ਅਤੇ ਸਭ ਤੋਂ ਖਤਰਨਾਕ ਗੱਲ, ਇੱਕ ਮੈਸੇਜ ਵਿੱਚ ਲਿਖਿਆ ਹੈ ਕਿ ਵੀਡੀਓ ਬਾਰੇ ਜੋ ਵੀ ਸਵਾਲ ਉੱਠ ਰਹੇ ਨੇ ਉਹਨਾਂ ਨੂੰ ਰਿਪੋਰਟ ਦੇ ਵਿੱਚ ਪਾ ਕੇ ਸਿੱਧਾ ਡਿਨਾਈ ਯਾਨੀ ਕਿ ਮਨਾ ਕਰ ਦਿਓ। ਯਾਨੀ ਭਗਵੰਤ ਮਾਨ ਨੂੰ ਹਰ ਹਾਲ ਦੇ ਵਿੱਚ ਪਵਿੱਤਰ ਸਾਬਤ ਕਰਨਾ ਹੀ ਪੁਲਿਸ ਦਾ ਇੱਕੋ ਇੱਕ ਮਿਸ਼ਨ ਬਣ ਚੁੱਕਾ ਸੀ। ਜੋ ਇਲਜ਼ਾਮ ਨੇ, ਇਹ ਜਾਂਚ ਨਹੀਂ ਸੀ, ਇਹ ਦਰਅਸਲ ਇੱਕ ਮੁੱਖ ਮੰਤਰੀ ਦੀ ਸਿਆਸੀ ਲਾਸ਼ ਨੂੰ ਸਹਾਰਾ ਦੇਣ ਦੇ ਲਈ ਕਾਨੂੰਨ ਦਾ ਇੱਕ ਕਤਲ ਮੰਨਿਆ ਜਾਂਦਾ ਹੈ। ਐਸਪੀ ਜਸ਼ਨ ਗਿੱਲ ਸਾਈਬਰ ਕ੍ਰਾਈਮ, ਹੁਣ ਇਹਦੀ ਅੱਗੇ ਪਹਿਲੀ ਵੇਖੋ ਜੀ ਕੀ ਕਹਿ ਰਿਹਾ। ਆਪ ਹੀ ਰਿਪੋਰਟ ਤਿਆਰ ਕਰਕੇ ਦਿੱਤੀ ਆ ਔਰ ਆਪ ਹੀ ਰਿਪੋਰਟ ਤਿਆਰ ਕਰਕੇ ਕਹਿੰਦਾ ਤੁਸੀਂ ਪੈਸੇ ਮੋਹਰ ਲਾ ਦਿਓ, ਤੁਹਾਨੂੰ ਵਾਧੂ ਪੈਸੇ ਜੁੜਨੇ, ਵਧੀਆ ਜੀ ਬਣਾ ਦਿਓ ਲਾਸਟ ਪੁਆਇੰਟ, ਕਿਉਂਕਿ ਜਿੰਨਾ ਉਹਦੇ 'ਚ ਕਹਿੰਦਾ ਵਧੀਆ ਜੀ ਬਣਾ ਦਿਓ ਲਾਸਟ ਪੁਆਇੰਟ ਕਨਕਲੂਜਨ ਵਾਲਾ ਬਟ ਜਲਦੀ। ਅੱਗੇ ਉਹ ਕਹਿੰਦਾ ਜਸਪ੍ਰੀਤ, ਹਾਂਜੀ ਐਡੀਟਿੰਗ ਕਰਵਾ ਰਿਹਾ, ਬੋਲਡਲੀ ਸਟੇਟਮੈਂਟ ਕਰਵਾ ਰਿਹਾ ਡਿਨਾਇਲ ਦੀ ਕਿ ਆਈ ਵਿਲ ਡਿਨਾਈ। ਤੁਸੀਂ, ਮੈਂ ਜਿੱਦਣ ਪਹਿਲੇ ਦਿਨ ਕਿਹਾ ਸੀ ਫੋਰੈਂਸਿਕ ਦਾ ਬੇਸਿਕ ਹੈ, ਜੇ ਘੁੱਗੀ ਦੀ ਫੋਰੈਂਸਿਕ ਕਰ ਰਹੇ ਹੋ ਨਾ ਤੇ ਜਿਹੜੇ ਬੰਦੇ ਨੇ ਘੁੱਗੀ ਮਾਰੀ ਉਹ ਸਾਹਮਣੇ ਮਾਰਦਾ, ਜੇ ਸਰੀਰ ਦੀ ਕਰ ਰਹੇ ਹੋ ਤੇ ਸਾਹਮਣੇ ਕਰਦਾ। ਅਗਲੀ ਦੇਖੋ ਕੀ ਜਸ਼ਨ ਮੈਸੇਜ ਭੇਜ ਰਿਹਾ, ਕੁਐਰੀ ਕੋਟ ਕਰਕੇ ਪੜੋ, ਆਸ ਕੁਐਰੀ, ਆਪ ਹੀ ਕੁਐਰੀ ਲਿਖਾ ਰਿਹਾ ਜੋ ਪ੍ਰੈਸ ਨੂੰ ਕਰਨੀ ਸੀ। ਮੈਂ ਤੁਹਾਨੂੰ ਭੇਜ ਹੀ ਦਊਂਗਾ ਜੀ। ਡਸ ਦ ਕੈਰੈਕਟਰ ਇਨ ਦ ਵੀਡੀਓ ਮੈਚ ਦ ਫੋਟੋਗ੍ਰਾਫਸ ਆਫ ਆਨਰੇਬਲ ਚੀਫ ਮਿਨਿਸਟਰ ਆਫ ਪੰਜਾਬ ਸ਼੍ਰੀ ਭਗਵੰਤ ਸਿੰਘ ਮਾਨ। ਹੁਣ ਕਿੱਥੋਂ ਅੱਗੇ ਲਿਖ ਰਿਹਾ, ਡਾਊਨਲੋਡਡ ਫਰਮ ਪਬਲਿਕਲੀ ਅਵੇਲੇਬਲ ਇਮੇजेस ਔਨ ਦੀ ਇੰਟਰਨੈਟ।
ਕਦੇ ਕੰਪੈਰੀਜ਼ਨ ਹੋ ਹੀ ਨਹੀਂ ਸਕਦਾ। ਕਿਸੇ ਫੋਰੈਂਸਿਕ ਵਾਲੇ ਨੂੰ ਪੁੱਛ ਲਿਓ। ਅੱਗੇ ਕਹਿੰਦਾ ਇਹਨੂੰ ਐਜ਼ ਇਟ ਇਜ਼ ਕੋਟ ਕਰ ਦਿਓ। ਆਪ ਹੀ ਦੱਸ ਰਿਹਾ ਸਾਈਬਰ ਕ੍ਰਾਈਮ ਵਾਲੇ ਕਿ ਇਹਨੂੰ ਐਜ਼ ਇਟ ਇਜ਼ ਕੋਟ ਕਰ ਦਿਓ। ਫਿਰ ਅੱਗੇ ਕਹਿ ਰਿਹਾ ਐਂਡ ਦੈਨ ਡਿਨਾਈ ਇਟ। ਕੋਟ ਕਰਕੇ ਆਪ ਦੀ ਰਿਪੋर्ट ਭਰ ਦਿਓ। ਮੈਂ ਡਿਨਾਈ ਕਰਦਾ, ਪੜ੍ਹਾ ਦੇ ਯਾਰ ਐਗਜ਼ੈक्टली। ਹੁਣ ਗੱਲ करते हैं उस गवाह की जिसने भगवंत मान के इस पूरे सरकारी ड्रामे की फूक कट के रख दी। फोरेंसिक एक्सपर्ट जसप्रीत सिंह जस्सी ने वीडियो जारी करके जो दस्या वो सुन के पंजाब के टैक्स पेयरां दा खून खौल जाएगा। जस्सी के मुताबिक उस नूं वर्दी का आरोप दिखा के गुरुग्राम बुलाया गया। कमरा नंबर 3004 दे विच बैठ के बड़े साहिबाना ने कहा कि रिपोर्ट सिर्फ सीएम के पक्ष में होनी चाहिए है। जो रिपोर्ट तैयार हो गई तो अगले दिन होटल के बाहर खड़ी पंजाब सरकार की चिट्टे रंग की इनोवा गड्डी दे विच एक बंदा निकलता है और जसप्रीत जस्सी नूं 10 लाख रुपए नगद फड़ाता है। एक इल्जाम है। मेरा नाम जसप्रीत सिंह है और मैं फॉरेंसिक एक्सपर्ट हूँ। हैंड राइटिंग और पोस्टल डॉक्यूमेंट्स की मैं रिपोर्ट देकर रहता हूँ। बहुत सारी पोस्ट में देता हूँ जिसमें एक कोट की जाना है। आज मेरे को ये वीडियो बनाने इसलिए पड़ी है क्योंकि मैंने किसी सरकारी अफसर की मदद करी थी। अब मुझे पंजाब पुलिस से खतरा महसूस हो रहा और मेरे घर वालों को भी खतरा महसूस होने की लग रहा। बात यूँ है कि 15 जून को 2026 को मेरे पास एक व्हाट्सएप कॉल आई। तो अननोन नंबर से था। मैंने फ़ोन उठाया तो उन्होंने अपने आप को इंट्रोड्यूस करा कि मैं एसपी जशन गिल बोल रहा हूँ और आप फॉरेंसिक एक्सपर्ट बोल रहे हैं। मैंने कहा हाँ जी मैं फॉरेंसिक एक्सपर्ट बोल रहा हूँ। कहते जी एक रिपोर्ट बनानी है। तो मैंने कहा ठीक है आप भेजिए, डॉक्यूमेंट्स वगैरह भेजिए, इसको भी डॉक्यूमेंट वगैरह मैं देख लेता हूँ, फिर उसके बाद ही आपको बात करें। कहते डॉक्यूमेंट नहीं है, एक वीडियो है। वीडियो मैंने कौन सी वीडियो? कहते अभी जो बहुत वायरल हो रखी है जिसमें भगवंत मान वगैरह दिखाए गए हैं, वो उसके DLP वगैरह का कोई ऐसा वीडियो था। तो मैंने कहा जी मैं तो डिजिटल ऑडियो वीडियो का एक्सपर्ट नहीं हूँ और मैं ऑडियो वीडियो के ऊपर रिपोर्ट नहीं दे सकता। तो उनका ये था कि कहते कोई बात नहीं, तुम्हारी नॉन में होते हैं फॉरेंसिक एक्सपर्ट, तुम किसी का वो दो, ठीक है, काम करना है आपने ये, ठीक है, और अच्छी मात्रा में पैसे दें। मैंने कहा जी चलो काम तो करने, अब काम के लिए वो कर रहे थे तो एक दूसरे के कॉन्टैक्ट में भी होते हैं। मैंने कहा जी चलो मेरे पास आए जो कॉन्टैक्ट में, मैं उनका नंबर शेयर कर दूँगा आपसे और आप बात करिए। कहते नहीं तुम नहीं बात किया। मैं चलो कोई बात नहीं, क्योंकि एक बड़े अफसर थे तो मैंने कहते चलो फिर सामान पैक करो और गुड़गांव आ जाओ, गुड़गांव में लैब से बनवाने के लिए जाऊँ। फिर मैं उसी सामान पैक करा गुड़गांव के लिए लेटर गया। फिर होटल क्राउन प्लाजा था गुड़गांव में। उसी टाइम एसपी जशन गिल पहुंचे, उसी टाइम ही मैं पहुंचा था। पहले रिसेप्शन पे मिले तो उन्होंने कहा कि चलो आगे में चलते हैं, रूम में बैठ के बात करते हैं। फिर रूम नंबर 3000 था तो उसमें 3000 में दे। तो कहते ऐसे करके रिपोर्ट बनानी है भगवान जी के फेवर में, और उसमें जो दूसरे वो लोग हैं उनके पास 2 रिपोर्ट है कि जो रिपोर्ट है AI जनरेटेड नहीं है। उन्होंने कहा सर ऐसा मेरे को नॉलेज नहीं है, मैं रिपोर्ट नहीं बना सकता। हाँ जो भी इंसान है उसको आपको पेन ड्राइव वगैरह देनी पड़ेगी, वो देखेगा उस हिसाब से रिपोर्ट बनेगी। कहते चलो कोई बात नहीं, बड़े साहब बात करेंगे। मैंने कहा SP साहब से भी बड़े साहब कौन? तो फिर वो दूसरे रूम में लगी, वो 3004 रूम नंबर था। तो वहाँ जाके उन्होंने लाया, ये बड़े साहब थे जो कि CP लुधियाना थे, स्वपन शर्मा वैसा ये नाम पर था। तो फिर उन्होंने कहा कि ऐसे करके रिपोर्ट बनानी है और जल्दी से जल्दी चाहिए। फिर मैंने समझाया जी जो चीज़ें प्रोसेस में टाइम लगना है, पर पहले आप सैंपल भेजो, फिर इसके बाद ही वो होगा कि मतलब रिपोर्ट कैसा है। तो इन्होंने फिर पेन ड्राइव वगैरह प्रोवाइड करवा दी थी। फिर जब पेन ड्राइव प्रोवाइड करवा दी और उसके बाद अगले दिन ब्रेकफास्ट के लिए बुला लिया। तो ब्रेकफास्ट से पहले एक रिपोर्ट वगैरह दी दी थी रफ टाइप। तो उसके बाद फिर उन्होंने बोला कि ओपिनियन जो थे 2 ओपिनियन थे, जिसमें फिर उन्होंने अमेंडमेंट करवाया। जैसी रिपोर्ट आई मेरे पास एक्सपर्ट थी, मैंने आगे फॉरवर्ड करी। सवाल दरअसल ये है कि भगवंत मान साहब ये 10 लाख रुपए किसदे सन कि ये पंजाब ਦੀ ਉਸ ਗਰੀਬ ਜਨਤਾ ਦੇ ਟੈਕਸਾਂ ਦਾ ਪੈਸਾ ਨਹੀਂ ਸੀ ਜੋ ਹਸਪਤਾਲਾਂ ਦੇ ਵਿੱਚ ਦਵਾਈਆਂ ਤੇ ਸਕੂਲਾਂ ਦੇ ਵਿੱਚ ਡੈਸਕਾਂ ਦੇ ਤਰਸ ਰਹੀ ਹੈ। ਆਪਣੀ ਨਿੱਜੀ ਵੀਡੀਓ ਦੀ ਸਫਾਈ ਦੇਣ ਦੇ ਲਈ ਤੁਸੀਂ ਸਰਕਾਰੀ ਗੱਡੀਆਂ, ਸਰਕਾਰੀ ਤੇਲ ਅਤੇ ਸਰਕਾਰੀ ਮਸ਼ੀਨਰੀ ਪੈਸੇ ਨੂੰ ਪਾਣੀ ਦੇ ਵਾਂਗ ਬਹਾ ਦਿੱਤਾ। ਇੰਨਾ ਹੀ ਨਹੀਂ, ਜਿਨ੍ਹਾਂ ਲੈਬਾਂ ਯਾਨੀ ਕਿ ਸਾਈਬਰ ਜ਼ੋਨ ਅਤੇ
ਸਿਫਰ ਸੈਂਟੀਨਲ ਤੋਂ ਰਿਪੋਰਟਾਂ ਬਣਵਾਈਆਂ ਗਈਆਂ ਉਹ ਸਰਕਾਰ ਤੋਂ ਮਾਨਤਾ ਪ੍ਰਾਪਤ ਵੀ ਨਹੀਂ ਹਨ, ਯਾਨੀ ਜਨਤਾ ਦੀਆਂ ਅੱਖਾਂ ਦੇ ਵਿੱਚ ਕੱਟਾ ਪਾਉਣ ਦੇ ਲਈ ਇੱਕ ਫਰਜ਼ੀ ਖੇਡ रची गई। जो एसपी साहब थे जशन गिल, उन्होंने फिर कुछ अमेंडमेंट्स करके रिपोर्ट में तो वापस भेजे कि इसको ये चीज़ें करवा दो, और वो चीज़ें आप मैंने आगे फॉरवर्ड कर दी, फिर उसी बेसिस पे जैसा रिपोर्ट का फॉर्मेट बन के आ गया। तो ब्रेकफास्ट के टाइम फिर मैंने दूसरे इंसान का भी रेफरेंस दे दिया था, ठीक है, कि ये चीज़ें रिपोर्ट है और कि ये बना सकते हैं, ठीक है। तो उस टाइम फिर इन्होंने कोई उनके साथ में थे तो उनको इन्होंने कहा कि इनको सामान दो, तो बाहर आया तो बाहर आके इनोवा गाड़ी खड़ी हुई थी, किन्हीं की थी, सरकारी गाड़ी की। तो एक बंदे ने मुझे वहाँ पे 10 लाख रुपए अमन पैसे दिए, जिसमें सालों की फीस थी, ठीक है, एक्सपर्ट वगैरह की भी और मेरी भी। और उसके बाद इन्होंने 10 लाख रुपये ले लिए, काम मैंने ले लिए, और उसके बाद फिर इन्होंने पेन ड्राइव वगैरह पहुँचाई। फिर उधर से जो रिपोर्ट आई थी वो मेरे सेम जशन गिल को भेज दी थी। उसके बाद जो उन्होंने अमेंडमेंट की वो मुझे भेजी कि ये चीज़ें होनी है, मैंने फॉरवर्ड कर दी, उन्होंने रिपोर्ट भेज दी और उस रिपोर्ट को फाइनल कर दिया गया। ਇਹ ਮਾਮਲਾ ਦਰਅਸਲ ਭ੍ਰਿਸ਼ਟਾਚਾਰ ਜਾਂ ਪੁਲਿਸ ਦੀ ਦੁਰਵਰਤੋਂ ਦਾ ਨਹੀਂ, ਇਹ ਪੰਜਾਬ ਦੀ ਮਰਿਆਦਾ ਅਤੇ ਧਾਰਮਿਕ ਭਾਵਨਾਵਾਂ ਦੇ ਨਾਲ ਸਿੱਧਾ ਖਿਲਵਾੜ ਹੈ। NRI ਜਗਮਨ ਸਮਰਾ ਨੇ ਜੋ ਵੀਡੀਓ ਜਾਰੀ ਕੀਤੀ ਸੀ ਉਸ ਦੇ ਵਿੱਚ ਸਿੱਖ ਗੁਰੂਆਂ ਅਤੇ ਜਰਨੈਲ ਸਿੰਘ ਭਿੰਡਰਾਵਾਲੇ ਦੀਆਂ ਤਸਵੀਰਾਂ ਦੀ ਬੇਅਦਬੀ ਦੇ ਗੰਭੀਰ ਇਲਜ਼ਾਮ ਨੇ। ਅਕਾਲ ਤਖਤ ਸਾਹਿਬ ਨੇ ਉਸ ਵੀਡੀਓ ਨੂੰ ਸਹੀ ਠਹਿਰਾਇਆ ਸੀ, ਪਰ ਭਗਵੰਤ ਮਾਨ ਨੇ ਆਪਣੀ ਗਲਤੀ ਮੰਨਣ ਜਾਂ ਨਿਰਪੱਖ ਜਾਂਚ ਕਰਵਾਉਣ ਦੀ ਬਜਾਏ ਪੁਲਿਸ ਅਫਸਰਾਂ ਨੂੰ, ਪੰਜਾਬ ਦੇ ਪੁਲਿਸ ਅਫਸਰਾਂ ਨੂੰ ਅੱਗੇ ਕਰ ਦਿੱਤਾ। ਅੱਜ ਉਹ ਐਕਸਪਰਟ ਜਸਪ੍ਰੀਤ ਜੱਸੀ ਵੀਡੀਓ ਦੇ ਵਿੱਚ ਰੋ ਰਿਹਾ ਹੈ, ਵਿਲਖ ਰਿਹਾ ਹੈ ਅਤੇ ਕਹਿ ਰਿਹਾ ਹੈ ਕਿ ਉਸ ਨੂੰ ਪੰਜਾਬ ਪੁਲਿਸ ਅਤੇ ਉਹਨਾਂ ਦੇ ਵੱਡੇ ਅਫਸਰਾਂ ਤੋਂ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ ਦਾ ਖਤਰਾ ਹੈ। ਸੋਚੋ, ਜੋ ਪੁਲਿਸ ਮੁੱਖ ਮੰਤਰੀ ਨੂੰ ਬਚਾਉਣ ਦੇ ਲਈ ਇੱਕ ਆਮ ਨਾਗਰਿਕ ਦੀ ਜਾਨ ਲੈਣ ਤੇ ਉਤਾਰੂ ਹੋ ਜਾਣ, ਜੋ ਇਲਜ਼ਾਮ ਨੇ, ਉਸ ਰਾਜ ਦੇ ਵਿੱਚ ਕੌਣ ਸੁਰੱਖਿਅਤ ਹੈ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਯਾਨੀ SGPC ਦੇ ਬੁਲਾਰੇ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਵੀ ਸਾਫ਼ ਕਹਿ ਦਿੱਤਾ ਹੈ ਕਿ ਮੁੱਖ ਮੰਤਰੀ ਨੂੰ ਬਚਾਉਣ ਦੇ ਲਈ ਝੂਠੀ ਰਿਪੋਰਟ ਬਣਾਉਣ ਵਾਲੇ ਇਹਨਾਂ ਅਫਸਰਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ। जो मेरे को वो था, जो रिपोर्ट्स बनी है, जिस लैब की बनी है, वो दोनों ही लैब्स कोई भी गवर्नमेंट ऑथराइज्ड फॉरेंसिक लैब्स नहीं है जो कि एक किसी भी ओपिनियन दे सके ऑडियो या वीडियो के ऊपर। इवन तो जो एक्सपर्ट थे, हमने पहले कन्वे करा था कि जो एक्सपर्ट है वो साइबर सिक्योरिटी के हैं, ऑडियो वीडियो के डिजिटल के एक्सपर्ट नहीं है। उन्होंने कहा कि हमने को सिर्फ दिखाना है कि आप पेपर रिपोर्ट दे दो, हम कोई पब्लिकली भी यूज कर रहे, कोई पॉलिटिकली यूज नहीं कर रहे, कोई पुलिस उसमें भी यूज नहीं कर रहे। तो हम ठीक है, जितना एनालिसिस था उन्होंने करके दे दिया। तो अब मुझे पता लगा कि उन्होंने तो वो उस चीज में यूज कर ली, हमारा फायदा उठा के, गलत फायदा उठा के। अब मुझे लग रहा है डर कि अगर मैं काफी टाइम से घबराया हुआ, किस तरीके से ये चीजें रखूं और किसके सामने रखूं कि जो चीज हो रही है गलत हो रही है। और अब मतलब मेरे को उनसे डर लग, कहीं वो मेरा या मेरे परिवार का किसी तरीके से नुकसान न करें, और मुझे अगर प्रोटेक्शन मिल जाए, सेफ्टी मिल जाए कुछ, तो बहुत बहुत शुक्रिया होगा। ਸੋ ਕੀ ਇਹ ਭਗਵੰਤ ਮਾਨ ਸਰਕਾਰ ਦਾ ਅਸਲੀ ਚਿਹਰਾ ਹੈ, ਜੋ ਪੁਲਿਸ ਪੰਜਾਬ ਦੇ ਗੈਂਗਸਟਰਾਂ ਨੂੰ ਫੜਨ ਦੇ ਵਿੱਚ ਨਾਕਾਮ ਰਹਿੰਦੀ ਹੈ, ਜੋ ਪੁਲਿਸ ਪੰਜਾਬ ਦੇ ਵਿੱਚ ਸ਼ਰੇਆਮ ਵਿਕ ਰਹੇ ਚਿੱਟੇ ਨੂੰ, ਨਸ਼ੇ ਨੂੰ ਰੋਕਣ ਦੇ ਵਿੱਚ ਫੇਲ ਸਾਬਤ ਹੋ ਰਹੀ ਹੈ? ਉਹ ਪੁਲਿਸ ਮੁੱਖ ਮੰਤਰੀ ਦੇ ਇੱਕ ਇਸ਼ਾਰੇ ਤੇ 5 ਸਟਾਰ ਹੋਟਲਾਂ ਦੇ ਵਿੱਚ ਬੈਠ ਕੇ ਫਰਜ਼ੀ ਰਿਪੋਰਟਾਂ ਤਿਆਰ ਕਰਦੀ ਹੈ। ਭਗਵੰਤ ਮਾਨ ਸਾਹਿਬ, ਪੰਜਾਬ ਦੀ ਜਨਤਾ ਨੇ ਤੁਹਾਨੂੰ ਬਹੁਮਤ ਇਸ ਲਈ ਨਹੀਂ ਦਿੱਤਾ ਸੀ ਕਿ ਤੁਸੀਂ ਖਾਕੀ ਵਰਦੀ ਨੂੰ ਆਪਣੇ ਨਿੱਜੀ ਹਿੱਤਾਂ ਦੇ ਲਈ ਰੋਲ ਦਿਓ। ਹੁਣ ਜਨਤਾ ਸਭ ਸਮਝ ਚੁੱਕੀ ਹੈ ਤੁਹਾਡਾ ਇਸ ਪੂਰੇ ਸਰਕਾਰੀ ਤੰਤਰ ਦੀ ਦੁਰਵਰਤੋਂ ਤੇ ਕੀ ਹੈ ਕਹਿਣਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੇ ਅਹੁਦੇ ਤੇ ਰਹਿਣ ਦਾ ਕੋਈ ਹੱਕ ਹੈ? ਕਿ ਇਸ ਮਾਮਲੇ ਦੀ ਜਾਂਚ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ CBI ਤੋਂ ਨਹੀਂ ਹੋਣੀ ਚਾਹੀਦੀ? ਕਿਉਂਕਿ ਸਵਾਲ ਉੱਠ ਰਹੇ ਨੇ।